बीबी कौला जी भलाई केंद्र ट्रस्ट चैरिटेबल ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਇਕਬਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850। ਵਾਹਿਗੁਰੂ ਜੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅਲਵੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅਲਵੇਲੀ, ਕਰ ਕਿਰਪਾ ਪ੍ਰਭ ਸਾਧ ਸੰਗ, ਅੰਦਰੋਂ ਮੰਗਿਓ ਕਰ ਕਿਰ तैसे मन में किया रोस, मुझ अवगुण शहनाई दोष, ऐसा इनकी में सार न जानी, जो मन खोए पाछे पछतानी, काली कोयल को कित गुण काली,
अपने प्रीतम के हों, अपने प्रीतम के हों फिर है जली की मंगना कर कृपा प्रभ साध संग कर कृपा प्रभ साध संग या फिर देखा या फिर देखा ता मेरा अल्लो बेली अल्लो बेली अल्लो बेली कर कृपा प्रभु साध संग अंदरों मंगया फिर है बिहून कते सुख पाए या होए कृपाल ता प्रभु मिलाए विदन कोई मुंद अकेली ना को साथी ना को वाट हमारी खरी उबीणी खने तिखी बहुत पैणी उसी ऊपर है मार्ग मेरा उसी ऊपर है मार्ग मेरा शेख फरीदा पंथ समार सवेरा कर कृपा प्रभ साध संग सारे फिर देखा या फिर देखा ता मेरा अल्लो बेली अल्लो बेली अल्लो बेली कर कृपा प्रभु साध संग कर कृपा प्रभु साध हरे कर मेली कर सारी संगत मेरे कलगियां वाले दे प्यार विच गज के आखो सतनाम। जिन्ना नहीं हाजरी लाई रसना भी पवित्र करो ते असीस रूपी हाजरी लाओ असीस रूपी गज के आखो सतनाम। एक क्लासा ने बाबे नानक दे कर दिया जिवें दुनियावी स्कूल विच पहली क्लास है दूजी है तीजी है चौथी है पंजवी है इस तरह गुरु नानक दे घर दियां भी क्लासां ने ते कोई साडे चों अजे पहली च कोई दूजी च कोई तीजी च कोई चौथी च फिर कोई कबीर वर्गा डबल MA च पहुंच जाता तू करता तू हुआ डबल MA
ਇਹ ਨਵਾਂ ਪ੍ਰਕਰਨ ਮਹਾਰਾਜ ਜੀ ਸੇਵਾ ਲੈਣ। ਹਰ ਚੀਜ਼ ਦੀ ਆਪਣੀ ਆਪਣੀ ਪੌੜੀ ਹੈ। ਅੱਜ ਪਹਿਲੀ ਕਲਾਸ ਦਾ ਜ਼ਿਕਰ ਹੋਏਗਾ ਤੇ ਇਹ ਥੋੜਾ ਪਹਿਲੀ ਕਲਾਸ ਦਾ ਜ਼ਿਕਰ ਹੈ ਤੇ ਮੇਰਾ ਖਿਆਲ ਤੇ ਸਾਰਿਆਂ ਤੇ ਕਿਰਪਾ ਹੋਏਗੀ, ਪਰ ਚੱਲਣਾ ਇੱਥੋਂ ਹੀ ਪਏਗਾ ਤਾਂ ਹੀ ਪ੍ਰਕਰਨ ਪੂਰਾ ਹੋਵੇਗਾ। ਹਰ ਚੀਜ਼ ਦੀ ਅਵਸਥਾ ਹੈ। ਜਿਵੇਂ ਮਹਾਂਪੁਰਸ਼ ਕਹਿੰਦੇ ਸੀ, ਰੱਟਣਾ, ਜਪਣਾ, ਧਿਆਉਣਾ। ਵਾਹਿਗੁਰੂ ਵਾਹਿਗੁਰੂ ਰੱਟਣ ਦਾ ਆਪਣਾ ਮਹੱਤਮ ਹੈ, ਜਪਣ ਤੇ ਆ ਜਾਓ ਮਹੱਤਮ ਬਣ ਜਾਂਦਾ, ਧਿਆਉਣ ਤੇ ਆ ਜਾਓ ਮਹੱਤਮ ਹੋਰ ਵੱਧ ਜਾਂਦਾ। ਆ ਜਿਹੜੀ ਆਪਾਂ ਹੱਥੀਂ ਸੇਵਾ ਕਰਦੇ ਆ, ਇਹਦੀਆਂ ਵੀ ਅਲੱਗ-ਅਲੱਗ ਕਲਾਸਾਂ ਨੇ। ਸੇਵਾ ਕਹਿਣੀ ਇਹਦਾ ਅਲੱਗ ਮਹੱਤਵ, ਸੇਵਾ ਕਰਨੀ ਇਹਦਾ ਅਲੱਗ ਮਹੱਤਵ। ਹੁਣ ਸੇਵਾ ਕਰਨੀ ਤੋਂ ਬਾਅਦ ਹੁੰਦਾ ਸੇਵਾ ਕਮਾਉਣੀ। ਆਖੋ ਸਤਿਨਾਮ। ਇਹ ਹਰ ਚੀਜ਼ ਦੀਆਂ ਕਲਾਸਾਂ ਹੈ। ਸੇਵਾ ਕਰਨੀ ਕਰਾਉਣੀ ਅਲੱਗ ਮਹੱਤਵ ਹੈ, ਆਪ ਕਰਨੀ ਅਲੱਗ ਮਹੱਤਵ ਹੈ, ਪਰ ਸੇਵਾ ਕਰਨ ਤੋਂ ਬਾਅਦ ਇੱਕ ਅਵਸਥਾ ਹੈ ਸੇਵਾ ਕਮਾਉਣੀ। ਕਮਾਉਣ ਲੱਗ ਪਿਆ। ਇਤਨਾ ਹੀ ਜਿਹੜਾ ਅੰਮ੍ਰਿਤ ਤੇ ਕਲਗੀਆਂ ਵਾਲੇ ਦਾ, ਇਹਦਾ ਵੀ ਪਿਆਰੀਆਂ ਪਿਆਰੀਆਂ ਸਟੇਜਾਂ ਨੇ। ਇੱਕ ਹੈ ਅੰਮ੍ਰਿਤ ਛਕਣਾ, ਇੱਕ ਹੈ ਅੰਮ੍ਰਿਤ ਧਾਰੀ, ਇਹਨੇ ਧਾਰਨ ਕਰ ਲਿਆ। ਇੱਕ ਹੈ ਗਾਤਰਾ ਪਾਉਣਾ, ਇੱਕ ਹੈ ਗਾਤਰਾ ਧਾਰਨ ਕਰਨਾ। ਗੱਜ ਕੇ ਆਖੋ ਸਤਿਨਾਮ। ਦਸਮ ਗ੍ਰੰਥ ਦੀ ਬਾਣੀ ਕਦੀ ਪੜ੍ਹੀਏ ਤੇ ਕਹਿੰਦੇ ਗਾਤਰਾ ਪਾਣਾ ਹੋ ਰੇ, ਧਾਰਨ ਕਰਨਾ ਹੋ ਰੇ। ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਤਾਰੀਆਂ। ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਕਿਰਪਾਨ ਪਾਈ ਨਾ ਧਾਰਨ ਕਰੀ, ਤੇਰੇ ਕਰੋੜਾਂ ਪਾਪ ਮੈਂ ਆਪਣੀ ਝੋਲੀ 'ਚ ਪਾ ਲਾਂ। ਮਤਲਬ ਹਰ ਚੀਜ਼ ਦੀ ਅਵਸਥਾ ਹੈ, ਪਿਆਰ ਹੈ, ਕਲਾਸਾਂ ਨੇ। ਤੇ ਇੱਕ ਬੇਨਤੀ ਹੈ ਵੀ ਇਹ ਸ਼ਬਦ ਕਿਉਂ ਚੁਣਿਆ, ਵੀ ਇਹਦੇ 'ਚ ਨਾ ਕਿਤੇ ਅਰਦਾਸ ਹੁੰਦੀ ਹੈ। ਜਦੋਂ ਤੁਸੀਂ ਸਾਰੇ ਬੋਲੋਗੇ ਨਾ, ਕਰ ਕਿਰਪਾ ਪ੍ਰਭ ਵੀ ਮੈਨੂੰ ਸੰਗਤ ਮਿਲੋ, ਮੈਂ ਅਗਲੀ ਕਲਾਸ 'ਚ ਜਾਵਾਂ। ਕਿਉਂਕਿ ਇਹ ਸਾਰੀ ਸੰਗਤ, ਜੇ ਕੋਈ ਤੁਹਾਡੇ 'ਚੋਂ ਪਹਿਲੀ ਕਲਾਸ 'ਚ, ਅਸੀਂ ਉਹਦੇ ਵੀ ਚਰਨ ਧੋ ਕੇ ਪੀਂਦੇ ਹਾਂ। ਪਰ ਇੱਕ ਗੱਲ ਜ਼ਰੂਰ ਆਪਾਂ ਮਾਈਂਡ 'ਚ ਰੱਖਣੀ ਹੈ ਕਿ ਤੁਹਾਡਾ ਬੱਚਾ ਹੋਵੇ 11 ਸਾਲਾਂ ਦਾ ਤੇ 3-4 ਸਾਲਾਂ ਤੋਂ ਅਗਲੀ ਕਲਾਸ ਟੱਪੇ ਹੀ ਨਾ। ਗੱਜ ਕੇ ਆਖੋ ਸਤਿਨਾਮ। ਦੁਨਿਆਵੀ ਸਕੂਲ ਵਿੱਚ ਤੁਹਾਡਾ ਬੱਚਾ ਮੰਨ ਲਓ ਹੁਣ ਦੂਜੀ ਤੋਂ ਤੀਜੀ ਜਾਵੇ ਹੀ ਨਾ, ਅਗਲੇ ਸਾਲ ਫਿਰ ਦੂਜੀ, ਅਗਲੇ ਸਾਲ ਫਿਰ ਦੂਜੀ। ਹਰ ਮਾਂ ਬਾਪ ਦਾ ਹਿਰਦਾ ਦੁਖਦਾ ਕਿ ਮੇਰਾ ਬੱਚਾ ਇੰਨੇ ਸਾਲ ਹੋ ਗਏ ਅਗਲੀ ਕਲਾਸ 'ਚ ਹੀ ਨਹੀਂ ਜਾ ਰਿਹਾ। ਇਸ ਕਰਕੇ ਇਸ ਪੰਕਤੀ ਵੇਲੇ ਜਾਂ ਵਿੱਚ ਕਿਤੇ ਕਿਤੇ ਅਸੀਂ ਬੋਲਾਂਗੇ, ਗੁਰੂ ਬੁਲਾਏਗਾ ਕਦ ਨਾਨਕ ਆਵੇ। ਆਹ ਪੰਕਤੀ ਨਾਲ ਚੋਣ ਹੋਈ ਹੈ। ਕਿਤੇ ਕਿਤੇ ਇਹ ਵੀ ਪੰਕਤੀ ਦੇ ਵਿੱਚ ਮੰਗਿਆ ਜਾਏਗਾ, ਬਾਬਾ ਜੀ ਅਗਲੀ ਕਲਾਸ ਦੀ ਵਾਰੀ ਮੇਰੀ ਕਦੋਂ ਹੈ। ਜਿਵੇਂ ਸਾਡਾ ਬੱਚਾ 5 ਸਾਲ 4 ਸਾਲ ਤੋਂ ਇੱਕੋ ਕਲਾਸ 'ਚ ਰਵੇ, ਅਗਲੀ ਟੱਪੇ ਹੀ ਨਾ, ਮਾਂ ਦਾ ਵੀ ਹਿਰਦਾ ਦੁਖਦਾ, ਪਿਤਾ ਦਾ ਵੀ ਦੁਖਦਾ, ਗੁਰੂ ਦਾ ਸਿੱਖ ਵੀ ਅਗਲੀ ਕਲਾਸ 'ਚ ਨਾ ਜਾਵੇ।
ਕਿੰਨੇ ਕਿੰਨੇ ਸਾਲਾਂ ਤੋਂ ਇੱਕੋ ਕਲਾਸ 'ਚ ਬੈਠਾ ਰਵੇ ਤੇ ਗੁਰੂ ਨਾਨਕ ਦਾ ਵੀ ਹਿਰਦਾ ਦੁਖਦਾ ਹੈ, ਅੱਗੇ ਜਾ ਹੀ ਨਹੀਂ ਰਿਹਾ। ਆਖੋ ਸਤਿਨਾਮ। ਔਰ ਇਹ ਜਿਹੜਾ ਦਾਸ ਨੇ ਬੇਨਤੀ ਕੀਤੀ ਨਾ ਵੀ ਅਗਲੀਆਂ ਕਲਾਸਾਂ ਮਿਲਣਗੀਆਂ ਸੰਗਤ ਵਿੱਚ, ਸੰਗਤ ਕਰਨ ਨਾਲ, ਸੰਗਤ ਕਿਤਾਬਾਂ ਰਾਹੀਂ ਕਰੋ, ਸੀੜੀਆਂ ਰਾਹੀਂ, ਇਸ ਤਰ੍ਹਾਂ ਕਰੋ। ਮਹਾਂਪੁਰਸ਼ਾਂ ਦੇ ਬਚਨ, ਮਹਾਂਪੁਰਸ਼ਾਂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਿਆਂ ਦੀ। ਔਰ ਇਸ ਜ਼ਿਕਰ ਨੂੰ ਗੁਰੂ ਅਰਜਨ ਦੇਵ ਜੀ ਨੇ ਵੀ ਪ੍ਰਤੱਖ ਕੀਤਾ, ਕਹਿੰਦੇ ਬਿਸਰ ਗਈ ਸਭ ਤਾਤ ਪਰਾਈ। ਮਹਾਰਾਜ ਇਹ ਕਲਾਸ ਕਿਵੇਂ ਮਿਲ ਗਈ? ਇੱਥੇ ਪਹੁੰਚ ਗਏ, ਪਰਾਇਆ ਬੁਰਾ ਮੰਗਣਾ ਖਤਮ ਹੋ ਗਿਆ। ਤੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਕੀਤਾ ਜ਼ਿਕਰ, ਇਹ ਕਲਾਸ ਮੈਨੂੰ, ਉਹ ਤੇ ਪੂਰਾ ਹੀ ਸੀ, ਸਾਨੂੰ ਸਮਝਾਇਆ ਇਹ ਕਲਾਸ ਕਿਵੇਂ ਮਿਲੀ। ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਆਖੋ ਸਤਿਨਾਮ। ਆ ਸਕੂਲ ਚਾਣ ਤੋ ਆਓ ਕਿ ਹਰ ਚੀਜ਼ ਦੀ ਆਪਣੀ ਆਪਣੀ ਅਵਸਥਾ ਹੈ, ਪੌੜੀ ਹੈ, ਰਟਣਾ, ਜਪਣਾ, ਧਿਆਉਣਾ, ਸੇਵਾ ਕਰਨੀ, ਸੇਵਾ ਕਹਿਣੀ, ਸੇਵਾ ਕਮਾਉਣੀ, ਅੰਮ੍ਰਿਤ ਛਕਣਾ, ਅੰਮ੍ਰਿਤ ਧਾਰੀ ਹੋਣਾ, ਕਿਰਪਾਨ ਪਾਣੀ, ਕਿਰਪਾਨ ਧਾਰੀ ਹੋਣਾ। ਤੇ ਆਓ ਗੁਰੂ ਨਾਨਕ ਦੇ ਘਰ ਦੀਆਂ ਕਲਾਸਾਂ ਦਾ ਪ੍ਰਕਰਣ ਮਹਾਰਾਜ ਇਹ ਨਵਾਂ ਅੱਜ ਸ਼ੁਰੂ ਕਰਾ ਰਹੇ ਹੈ। ਤੇ ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ, ਸਿਰ ਤੇ ਹੱਥ ਰੱਖ ਕੇ ਸੇਵਾ ਲੈਣਾ। ਇੱਕ ਵਾਰੀ ਪੰਕਤੀ ਪੜੋ ਪਿਆਰ ਨਾਲ ਜੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਵੇਲੀ, ਅੱਲੋ ਵੇਲੀ, ਅੱਲੋ ਵੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਸਾਰੇ, ਹਾਂਜੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਸਾਰੇ ਗੱਜ ਆਖੋ ਸਤਿਨਾਮ। ਵਾਹਿਗੁਰੂ ਜੀ। ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ, ਵੈਸੇ ਸਾਰਿਆਂ ਤੇ ਕਿਰਪਾ ਹੋਏਗੀ, ਉਹ ਪਹਿਲੀ ਹੈ। ਜਿਉਂ-ਜਿਉਂ ਅਗਲੀ ਕਲਾਸਾਂ 'ਚ ਫੇਰ ਹੋ ਸਕਦਾ ਹੈ ਗਿਣਤੀ ਘਟਦੀ ਜਾਏ। ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ, ਪਹਿਲੀ ਕਲਾਸ, ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਦੇ ਲਈ ਉਦਮ ਕਰਨਾ। ਗੱਜ ਕੇ ਆਖੋ ਸਤਿਨਾਮ। ਬਹੁਤ ਧਿਆਨ ਦੇਣਾ। ਤੁਸੀਂ ਗੁਰਬਾਣੀ ਪੜ੍ਹੋ, ਤੁਹਾਡੇ ਕੰਨ ਸੁਣਨ, ਭਾਵੇਂ ਅਜੇ ਉੱਥੇ ਨਹੀਂ ਪਹੁੰਚੇ। ਜੋ ਗੁਰਬਾਣੀ ਪੜ੍ਹ ਰਹੇ ਹੋ ਉਹਨੂੰ ਮੰਨੀਏ, ਅਜੇ ਉੱਥੇ ਨਹੀਂ। ਇਹ ਸਟਾਰਟਿੰਗ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਦਾ ਹੀ ਉਦਮ ਕਰਨਾ। ਆਖੋ ਸਤਿਨਾਮ। ਪੜ੍ਹਨ ਦਾ ਹੀ। ਇੱਕ ਮਹਾਂਪੁਰਸ਼ਾਂ ਦਾ ਬੜਾ ਪਿਆਰਾ ਬਚਨ ਹੈ, ਹੋ ਸਕੇ ਦਿਲ ਦੀ ਡਾਇਰੀ ਤੇ ਲਿਖ ਲੈਣਾ। ਇਹ ਮਹਾਂਪੁਰਸ਼ਾਂ ਦਾ ਬਚਨ ਹੈ, ਕਹਿੰਦੇ ਗੁਰਬਾਣੀ ਗੰਦੇ ਪਲੀਤ ਮਨਾਂ ਲਈ ਸਾਬਣ ਹੈ। ਆਖੋ ਸਤਿਨਾਮ। ਬਹੁਤ ਧਿਆਨ। ਪਲੀਤ ਲੱਲਾ ਆਇਆ, ਪਨੀਤ ਨਹੀਂ।
ਗੁਰਬਾਣੀ ਗੰਦੇ ਪਲੀਤ ਮਨਾਂ ਲਈ ਸਾਬਣ ਹੈ ਤੇ ਰੋਗੀ ਮਨਾਂ ਲਈ ਗੁਰਬਾਣੀ ਦਵਾਈ ਹੈ। ਇਹ ਮਹਾਂਪੁਰਸ਼ਾਂ ਦਾ ਬਚਨ। ਗੁਰਬਾਣੀ ਗੰਦੇ ਪਲੀਤ ਮਨਾਂ ਲਈ ਸਾਬਣ ਏ ਤੇ ਰੋਗੀ ਮਨਾਂ ਲਈ ਦਵਾਈ ਏ। ਮਨ ਟਿਕੇ ਨਾ ਟਿਕੇ ਗੁਰਬਾਣੀ ਪੜਨ ਦਾ ਉਦਮ ਨਾ ਛੱਡੋ, ਇੱਕ ਦਿਨ ਪੜਦੇ ਪੜਦੇ ਰਸ ਆ ਹੀ ਜਾਏ। ਆਖੋ ਸਤਨਾਮ। ਭਾਵੇਂ ਪਹਿਲੀ ਕਲਾਸ ਮਨ ਨਹੀਂ ਜੁੜ ਰਿਹਾ, ਪੜਦਾ ਪਿਆ ਪਹਿਲੀ ਕਲਾਸ। ਗੁਰਬਾਣੀ ਪੜਨ ਲਈ ਸਿਰਫ ਉਦਮ ਕਰਨਾ, ਔਰ ਇਹ ਨਾ ਸਮਝਣਾ ਵੀ ਇਹ ਕੋਈ ਪਹਿਲੀ ਕਲਾਸ ਗੁਰਗੋਬਿੰਦ ਸਿੰਘ ਦੱਸ ਰਿਹਾ, ਨਹੀਂ। ਤੁਹਾਡੇ ਪਿਤਾ ਗੁਰੂ ਨਾਨਕ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਜਦੋਂ ਗੁਰਗੱਦੀ ਜ਼ਿੰਮੇਵਾਰੀ ਸੌਂਪੀ, ਉਸ ਵੇਲੇ ਵੀ ਇਹ ਜਿਹੜੀ ਪਹਿਲੀ ਕਲਾਸ ਹੈ ਨਾ, ਇਹਦਾ ਉਪਦੇਸ਼ ਦਿੱਤਾ ਕਿ ਗੁਰੂ ਨਾਨਕ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਤੁਹਾਡੇ ਕੋਲੋਂ ਸਿੱਖੀ ਲੈਣ ਆਵੇ ਤੇ ਉਹਨੂੰ ਪਹਿਲੀ ਕਲਾਸ ਵਿੱਚ ਬਿਠਾ ਕੇ ਤੋਰਨਾ ਹੈ। ਉਹ ਸੁਣਿਓ ਜੀ ਪੰਕਤੀਆਂ ਸੂਰਜ ਪ੍ਰਕਾਸ਼ ਦੀਆਂ। ਸ੍ਰੀ ਮੁਖ ਤੇ ਮੈਂ ਮਾਂ ਪੁੰਨ ਭਾਖੀ, 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 ਸ੍ਰੀ ਮੁਖ ਤੇ ਮੈਂ ਮਾਂ ਪੁੰਨ ਭਾਖੀ। ਜੋ ਨਰ ਹੈ ਸਿੱਖੀ ਅਵਲਾਖੀ, ਜੋ ਨਰ ਹੈ ਸਿੱਖੀ ਅਵਲਾਖੀ। ਅਗਲੀਆਂ ਪੰਕਤੀਆਂ ਲਾਈਨਾਂ ਮੈਂ ਟਾਈਮ ਬਚਾ ਰਹੇ ਹਾਂ। ਇਹ ਵੇਖੋ ਗੁਰੂ ਨਾਨਕ ਮਹਾਰਾਜ ਨੇ ਕਿਹਾ ਜੇ ਗੁਰੂ ਅੰਗਦ ਦੇਵ ਜੀ ਨੂੰ, ਸ੍ਰੀ ਮੁਖ ਤੇ ਮਹਿਮਾ ਪੁੰਨ ਭਾਖੀ, ਜੋ ਨਰ ਹੈ ਸਿੱਖੀ ਅਵਲਾਖੀ। ਜਿਹੜਾ ਤੁਹਾਡੇ ਕੋਲ ਆਵੇ ਸਿੱਖੀ ਲੈਣੀ ਤੇ ਆ ਪਹਿਲੀ ਕਲਾਸ ਚੜਾ ਦੇਣਾ। ਨਿਤ ਮੈਂ ਉਠੇ ਸੇ ਕਰੇ ਇਸ਼ਨਾਨਾ, ਜਪ ਪੜ ਹੈ ਇੱਕ ਚਿਤ ਸਾਵਧਾਨਾ। ਜਪਜੀ ਸਾਹਿਬ ਗੁਰੂ ਨਾਨਕ ਮਹਾਰਾਜ ਕਹਿੰਦੇ ਗੁਰੂ ਅੰਗਦ ਦੇਵ ਜੀ ਨੂੰ, ਜਿਹੜਾ ਤੁਹਾਡੇ ਕੋਲ ਸਿੱਖੀ ਮੰਗਣ ਆਵੇ ਉਹਨੂੰ ਕਹਿਣਾ ਇਸ਼ਨਾਨ ਕਰਕੇ ਜਪਜੀ ਸਾਹਿਬ ਪੜਿਆ ਕਰ। ਗੱਜ ਕੇ ਆਖੋ ਸਤਿ। ਨਿਤ ਮੈਂ ਉਠੇ ਸੇ ਕਰੇ ਇਸ਼ਨਾਨਾ, ਜਪ ਪੜ ਹੈ ਇੱਕ ਚਿਤ ਸਾਵਧਾਨਾ। ਕਰ ਕਿਰਪਾ ਪ੍ਰਭ ਸਾਧ ਸੰਗ ਜਿੰਨੀ ਮਾਤਾ ਕੌਲਾਂ ਭਲਾਈ ਕੇਂਦਰ ਗੁਰੂ ਨੇ ਨਾਂ ਰਖਾਇਆ 25-30 ਸਾਲ ਪਹਿਲੇ, ਔਰ ਮੈਨੂੰ ਇਹ ਬੜੀ ਗੁਰੂ ਦੇ ਚਰਨਾਂ ਤੇ ਮਾਣ ਹੈ ਕਿ ਜਿਹੜੀ ਪਹਿਲੀ ਕਲਾਸ ਹੈ ਨਾ, ਗੁਰਬਾਣੀ ਪੜਨ ਲਈ ਉਦਮ, ਭਾਵੇਂ ਅਜੇ ਅਰਥ ਨਹੀਂ ਪਤਾ, ਅਜੇ ਰਸ ਨਹੀਂ ਆਇਆ। ਇਹ ਤੁਹਾਨੂੰ ਸਾਰੀ ਸੰਗਤ ਨੂੰ ਇੱਕ ਮਾਣ ਕਰਿਓ ਕਲਗੀਧਰ ਦੇ ਚਰਨਾਂ ਤੇ। ਮੈਂ ਬੈਠਾ ਬੈਠਾ ਸੋਚ ਰਿਹਾ ਸੀ ਕਿ ਜਿਹੜੀ ਪਹਿਲੀ ਕਲਾਸ ਹੈ ਨਾ, ਗੁਰਬਾਣੀ ਪੜਨ ਲਈ ਉਦਮ ਕਰਨਾ, ਇਹ ਸਾਲ ਵਿੱਚ 3 ਵਾਰੀ ਤੁਹਾਡੇ ਸਾਰਿਆਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਖੁੱਲੇ ਪਾਠ ਵੰਡਣ ਦੀ ਸੇਵਾ ਲੈਂਦੇ। ਆਖੋ ਸਤਿਨਾਮ।
ਬਹੁਤ ਸੰਗਤ ਨੂੰ ਪਤਾ ਹੈ, ਇੱਕ ਕਲਗੀਧਰ ਜੀ ਦੇ ਆਗਮਨ ਦਿਹਾੜੇ ਤੇ 2 ਮਹੀਨੇ ਪਹਿਲਾਂ ਤੁਸੀਂ ਚੌਪਈ ਸਾਹਿਬ ਦੇ ਖੁੱਲੇ ਪਾਠ ਸੰਗਤਾਂ ਨੂੰ ਬੇਨਤੀ ਕਰਦੇ ਹੋ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਜਪਜੀ ਸਾਹਿਬ 2 ਮਹੀਨੇ ਪਹਿਲਾਂ, ਇੱਕ ਬੰਦੀ ਛੋੜ ਦਿਹਾੜੇ ਤੇ 2 ਅਕਤੂਬਰ ਨੂੰ ਜੋ ਮਨਾਇਆ ਜਾਂਦਾ, ਉਸ ਤੋਂ 1.5-2 ਮਹੀਨੇ ਪਹਿਲੇ ਚੌਪਈ ਸਾਹਿਬ। ਹੁਣ ਕਈ ਇਤਰਾਜ਼ ਵੀ ਕਰਦੇ, ਗਿਣਤੀ ਕਿਉਂ ਕਰਦੇ? ਖੁੱਲੇ ਪਾਠ ਤੁਸੀਂ ਦਿੰਦੇ ਹੋ, ਤੁਸੀਂ ਕਿੰਨੇ ਕਰੋਗੇ ਜੀ 1.5 ਮਹੀਨੇ 'ਚ? ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਦੀ ਖੁਸ਼ੀ 'ਚ ਸਹੀ ਮਾਇਨੇ ਵਿੱਚ ਇਹ ਖੁੱਲੇ ਪਾਠ ਕਿਉਂ ਵੰਡੇ ਜਾਂਦੇ ਨੇ ਕਿ ਜਿਨ੍ਹਾਂ ਨੇ ਕਦੀ ਗੁਟਕਾ ਸਾਹਿਬ ਵੀ ਨਹੀਂ ਫੜਿਆ, ਗੁਰੂ ਗੋਬਿੰਦ ਸਿੰਘ ਤੇਰੀ ਕਿਰਪਾ ਹੋਵੇ ਉਹ ਵੀ ਜੁੜ ਜਾਣ। ਆਖੋ ਸਤਨਾਮ। ਬਾਕੀ ਕੋਈ ਤੁਹਾਨੂੰ ਗਿਣਤੀ ਬਾਰੇ ਕਵੇ ਤੇ ਡਟ ਕੇ ਕਹਿ ਦਿਆ ਕਰੋ, ਗਿਣਤੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤੀ ਹੈ। ਜਦੋਂ ਅੰਮ੍ਰਿਤ ਛਕਾਉਂਦੇ 5 ਪਿਆਰੇ ਕਹਿੰਦੇ 5 ਬਾਣੀਆਂ, 6ਵੀਂ ਰਹਿਰਾਸ ਸਾਹਿਬ, 7ਵਾਂ ਸੋਹਿਲਾ ਸਾਹਿਬ, ਗਿਣਤੀ ਆ ਗਈ। ਆ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਗਿਣਤੀ ਹੈ। ਮੈਂ 11 ਅੰਗ ਤੇ ਸਹਿਜ ਪਾਠ ਛੱਡਿਆ ਜੀ, ਮੈਂ ਹੁਣ 250 ਅੰਗ ਤੇ ਸਹਿਜ ਪਾਠ, ਗਿਣਤੀ ਨਾ ਹੋ ਗਈ। ਕੰਮ ਕਰੀਏ। ਗਿਣਤੀ ਇੱਕ ਆਪਣੇ ਅੰਦਰ ਹੌਸਲਾ ਦੇਣ ਲਈ ਹੈ, ਉਸ ਤੋਂ ਬਾਅਦ ਕਹਿਣਾ ਇਹੀ ਹੈ ਤੂੰ ਸੇਵਾ ਲਈ। ਆ ਗੁਰੂ ਅਮਰਦਾਸ ਜੀ ਨੇ ਕਿਹਾ 84 ਪੌੜੀਆਂ, 84 ਇਸ਼ਨਾਨ, 84 ਪਾਠ ਜਪਜੀ ਸਾਹਿਬ ਸ਼ਰਧਾ ਨਾਲ ਕਰੇ, ਉਹਦੀ ਗੁਰੂ ਨਾਨਕ ਦੀ ਕਿਰਪਾ ਨਾਲ 84 ਕੱਟੀ ਜਾਏ। ਆ ਗਿਣਤੀ ਨਾ, ਇਹਦੇ ਜੋੜਨ ਦਾ ਉਪਰਾਲਾ। ਔਰ ਆ ਜਦੋਂ ਸਾਰੀ ਸੰਗਤ ਸਾਲ ਵਿੱਚ 3 ਵਾਰੀ ਖੁੱਲੇ ਪਾਠ, ਜਦੋਂ ਤੁਸੀਂ ਹੋਰਨਾਂ ਨੂੰ ਪ੍ਰੇਰਨਾ, ਇਹ ਇੰਜ ਸਮਝੋ ਵੀ ਅਨੇਕਾਂ ਜੀਵਾਂ ਨੂੰ ਤੁਸੀਂ ਗੁਰੂ ਨਾਨਕ ਦੀ ਪਹਿਲੀ ਕਲਾਸ ਦੇ ਵਿੱਚ ਸਾਧ ਸੰਗਤ ਜੀ ਲਿਆ ਰਹੇ ਹੋ। ਆਖੋ ਸਤਨਾਮ। ਆ ਮੈਨੂੰ ਬਚਨ ਯਾਦ ਆ ਜਾਂਦਾ, ਇਹ ਆਨੰਦ ਐਵਨਿਊ ਦਾ ਪਰਿਵਾਰ ਇੱਥੇ ਬੈਠੇ ਨੇ, ਉਹ ਭੈਣ ਜੀ, ਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਹਾੜਾ ਸੀ ਤੇ ਜਪਜੀ ਸਾਹਿਬ ਜੀ ਦੇ ਪਾਠ ਮਹੀਨਾ ਸਵਾ ਮਹੀਨਾ ਪਹਿਲਾਂ ਜਿਹੜੇ ਦਿੱਤੇ ਗਏ, ਉਹਨਾਂ ਦੇ ਘਰ ਇੱਕ ਦੋਧੀ ਦੁੱਧ ਦੇਣ ਆਉਂਦਾ ਸੀ, ਹੈ ਸਿੱਖ ਸੀ ਗੁਰੂ ਦਾ। ਤੇ ਜਦੋਂ ਉਹਨਾਂ ਨੇ ਉਸ ਦੋਧੀ ਨੂੰ, ਉਦੋਂ 15 ਦਿਨ ਰਹਿ ਗਏ ਸੀ ਅਰਦਾਸ ਨੂੰ, ਉਹ ਦੋਧੀ ਨੂੰ ਆਖਿਆ ਬਈ ਤੂੰ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦਾ ਹੁੰਦਾ? ਆਖੋ ਸਤਨਾਮ। ਉਹਨੇ ਆਖਿਆ ਜੀ ਸਾਨੂੰ ਦੁੱਧ ਦਾ ਕੰਮ ਇੰਨਾ, ਸਾਨੂੰ ਜਪਜੀ ਸਾਹਿਬ ਪੜਨ ਦਾ ਸਮਾਂ ਹੀ ਨਹੀਂ ਲੱਗਦਾ। ਉਹ ਆਨੰਦ ਐਵਨਿਊ ਦੇ ਪਰਿਵਾਰ ਨੇ ਉਸ ਦੋਧੀ ਨੂੰ ਆਖਿਆ ਵੀ ਖੁੱਲੇ ਪਾਠ ਵੰਡੇ ਜਾਂਦੇ ਨੇ ਤੇ 15 ਦਿਨ ਬਾਅਦ ਅਰਦਾਸ ਹੋਣੀ ਹੈ, ਤੇਰੇ ਮੈਂ ਲਿਖ ਲਵਾਂ ਤੂੰ ਹਾਜ਼ਰੀ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਲੈਣ ਲਈ। ਇਹ ਤੁਹਾਡੇ ਅੰਮ੍ਰਿਤਸਰ ਦਾ ਵਾਕਿਆ ਵੀ ਉਹ ਦੋਧੀ ਨੇ ਕਿਹਾ ਚਲੋ ਮੈਂ 5 ਰੋਜ਼ ਕਰਾਂਗਾ, ਮੇਰੇ ਵੀ 75 ਲਿਖ ਲਓ ਤੁਸੀਂ। ਇਹ ਮੈਨੂੰ ਉਹ ਪਰਿਵਾਰ ਨੇ ਮਹੀਨੇ ਬਾਅਦ ਆਪ ਦੱਸਿਆ, ਕਹਿੰਦੇ ਜਿਸ ਦਿਨ ਅਰਦਾਸ, ਇੱਕ ਦਿਨ ਉਹਨੂੰ ਪਹਿਲੇ ਪੁੱਛਿਆ ਵੀ ਹੋ ਗਏ ਪੂਰੇ? ਮੈਂ ਕਿਹਾ ਜੀ ਹੋ ਗਏ। ਤੇ ਕਹਿੰਦੇ ਫਿਰ ਮਹੀਨੇ ਕੁ ਬਾਅਦ ਉਹ ਦੋਧੀ ਨੇ ਕੀ ਜ਼ਿਕਰ ਕੀਤਾ ਕਿ ਮੈਂ ਉਹ ਸਰੀਰ ਹਾਂ ਜਿਹਨੇ ਕਦੀ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਵੀ ਨਹੀਂ ਸੀ ਫੜਿਆ, ਪਰ ਹੁਣ ਮੇਰਾ 5 ਪਾਠ ਰੋਜ਼ ਦਾ ਨੇਮ ਬਣ ਗਿਆ ਹੈ। ਫਾਇਦਾ ਹੁੰਦਾ। ਸਤਿ ਸ੍ਰੀ ਅਕਾਲ। ਤੁਸੀਂ ਜੇ ਚੌਥੀ 'ਚ ਪਹੁੰਚ ਗਏ ਹੋ, ਪਰ ਉਪਰਾਲਾ ਨਾ ਛੱਡੋ। ਅਨੇਕਾਂ ਨੂੰ ਪਹਿਲੀ ਕਲਾਸ 'ਚ ਵੀ ਲਿਆਉਣਾ। ਇਹ ਪਹਿਲੀ ਕਲਾਸ ਹੈ ਵੀ ਗੁਰਬਾਣੀ ਪੜਨ ਲਈ ਉਦਮ ਹੀ ਕਰਨਾ, ਉਦਮ। ਇਹ ਨਹੀਂ ਪਤਾ ਅਰਥ ਕੀ ਨੇ ਅਜੇ, ਭਾਵੇਂ ਕੋਈ ਗੱਲ ਨਹੀਂ, ਇਹ ਨਹੀਂ ਪਤਾ ਅਜੇ ਰਸ ਕੀ ਹੈ, ਭਾਵੇਂ ਪਹਿਲੀ ਹੈ, ਸ਼ੁਰੂ ਤੇ ਹੋਇਆ, ਅਗਾਈ ਕਿਰਪਾ ਹੋਏਗੀ, ਮੰਜ਼ਿਲ ਮਿਲੇਗੀ। ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ
कि जिहड़ा ये पहली क्लास है गुरबाणी पढ़न लई उद्यम करना, ये सारी संगत अपने बच्चियां लई भी जरूर करे। आखो सतनाम, जरूर करे। मैनू एक महापुरुष वचन सुना रहे सी, कहंदे कई शरीरां ने अपने बच्चियां नू इहो जे स्कूलां च पाया जिथे पंजाबी पढ़नी एक पासे रह गई, पंजाबी पढ़न ते उन्हां नू फाइन लगदा है। तुहानू सब नू पता इहो जे स्कूल भी ने अपने हिंदुस्तान विच भी, उत्थे बच्चा पंजाबी बोले कहंदे तू पंजाबी च गल कीती तैनू फाइन लगेगा। आप घर गए थे, क्या खाया था, इस तरह बोलो। वो कहते मैं घर गया सी, मैं की खादा सी, तू पंजाबी बोली तेन फाइन लगेगा। इहो जिहा भी स्कूल है, बहुत ध्यान देना। ये महापुरुषों ने मैनू बचन सुनाया कि जिन्हां ने अपने बच्चों नू उन्हां स्कूलों च पाया जिथे पंजाबी च बोलण ते फाइन लग जांदा ते कहंदे सी जे असी इहो जे स्कूलों की चोण कीती ते समझ लो असी अपनी कुल विचों सिक्खी दी जड़ पुट दित्ती है। जे असी अपने बच्चे नू इहो जे स्कूलों में पाया जिथे पंजाबी पढ़न ते फाइन लगदा है ते समझ लो असी अपनी कुल विचों सिक्खी दी जड़ पुट दित्ती है। अगों सवाल करने वाले ने सवाल किया जी जे बच्चा पंजाबी नहीं पढ़िया तो अपनी कुल विचों सिक्खी दी जड़ पुटती है किवें? सुनियो जवाब उन्हां दा। कहंदे कोई तुहाडे बच्चे नूं वड्डे होके पुछेगा कि गुरु ग्रंथ साहिब विच की लिखिया है ते बच्चा जदों कहेगा साडे मां बाप ने सानू पंजाबी पढ़ाई नहीं, सानू नहीं पता की लिखिया विच। जदों बच्चा कहेगा साडे मां बाप ने सानू पंजाबी पढ़ाई नहीं, सानू नहीं पता विच की लिखिया है, ते महापुरुष कहण लगे जे वड्डे हो के बच्चा ये जवाब दवे मेरे मां बाप ने मैनू पंजाबी नहीं पढ़ाई, मैनू नहीं पता विच की लिखिया है, ते कहंदे फिर समझ लेना असी अपनी जिंदगी दी बाजी हार के जा रहे हैं। आखो सतनाम, फिर बाजी हार के गए हैं जी अपने बच्चियां नू। बाकी कुछ इहो जे शहर ने राजस्थान यूपी जिथे मजबूरी है पंजाबी टीचर है ही नहीं। अगर कोई इस तरह की मजबूरी होवे स्कूल ही नहीं हैगा जिथे पंजाबी, तो फिर महापुरुषों का बचन सी कि शाम नू हफ्ते च 2-3 दिन कोई ट्यूशन रखा दिओ बच्चे दी, या गुरुद्वारे दे ग्रंथी सिंह राही यतन कर लो, पर साडे बच्चे गुरबाणी दी पहली क्लास पंजाबी पढ़ के फिर गुरबाणी पढ़न दी पहली क्लास में जरूर दाखिल हो जान। आखो सतनाम। ये शहर मुताबिक कोई मजबूरी है, इहो जिहा शहर है गुजरात है, मान लो कोई होर शहर है पंजाबी नहीं, उत्थे स्कूल च पाना गुरु दे सिख ने, फिर शाम नू हफ्ते 2-3 दिन कोई पंजाबी पढ़ाने वाला टीचर रख ले, या ग्रंथी सिंह गुरुद्वारे दे बेनती मन जान, उन्हां नाल हो जाए कि बच्चे नू इस घर दे दाखले दे लई भी जेड़े यतन ने वो जारी रहे। ये जिन्नियां मावां भैन वीर बैठे हो, आओ झाती असी इहो जे स्कूलों च बच्चे तो नहीं पाए भी जिथे पंजाबी च गल करन ते फाइन लगदा। आखो सतनाम। अपने बच्चों लई भी आ 1 मिनट पढ़ियो। माता की असीस पूता, माता की असीस, माता की आसीस पूता, माता की आसीस। सज के भैणों माता माता की आसीस पूता, माता की आसीस। सज के
ਸਾਰੀਆਂ ਮਾਵਾਂ ਨੂੰ, ਪਿਤਾਵਾਂ ਨੂੰ, ਪਿਤਾ ਜੀ ਨੂੰ ਬੇਨਤੀ ਹੈ, ਆਪਣੇ ਬੱਚਿਆਂ ਲਈ ਵੀ ਇੱਕ ਖਾਨਾ ਕਿ ਉਹ ਪਹਿਲੀ ਕਲਾਸ ਚੜ੍ਹੇ ਨੇ ਕਿ ਨਹੀਂ। ਇਹ ਮੈਂ ਬਾਬਾ ਜੀ ਦੀ ਜ਼ੋਰੀ 'ਚ ਬੈਠਾ। 3-4 ਦਿਨ ਪਹਿਲੇ ਮੈਂ ਇੱਕ ਚੰਡੀਗੜ੍ਹ ਵਰਗੇ ਸ਼ਹਿਰ 'ਚ ਗਿਆ ਤੇ ਤਕਰੀਬਨ ਮੇਰਾ ਖਿਆਲ 14 ਸਾਲ ਦਾ ਬੱਚਾ ਹੋਣਾ ਹੈ ਤੇ ਇੱਕ ਮਾਂ ਪਿਓ ਮੇਰੇ ਕੋਲ ਲਿਆਏ, ਕਹਿੰਦੇ ਜੀ ਇਹਨੂੰ ਸੀਸ ਦਿਓ, ਕੱਲ੍ਹ ਇਹਦੇ ਪੇਪਰ ਸ਼ੁਰੂ ਹੋਣੇ। ਚਲੋ ਮੈਂ ਉਹਦੇ ਮੋਢੇ ਤੇ ਮਾੜਾ ਪਿਆਰ ਦਿੱਤਾ ਤੇ ਨਾਲ ਮੈਂ ਪੁੱਛ ਲਿਆ, ਮੈਂ ਕਿੰਨੀ ਉਮਰ? ਕਹਿੰਦਾ 14 ਸਾਲ। ਮੈਂ ਕਿਹਾ ਜਪਜੀ ਸਾਹਿਬ ਰੋਜ਼ ਕਰਦਾ ਹੁੰਦਾ? ਉਹਨੇ ਸਿਰ ਲਾਇਆ ਨਹੀਂ। ਮੈਂ ਕਿਹਾ ਚਲੋ 14 ਸਾਲ ਦਾ। ਮੈਂ ਕਿਹਾ 20 ਪੌੜੀਆਂ ਕਰਦਾ ਰੋਜ਼? ਕਹਿੰਦਾ ਨਹੀਂ। ਮੈਂ ਕਿਹਾ ਤੂੰ ਹੀ। ਮੈਂ ਉਹ ਬੱਚੇ ਨੂੰ ਇੱਥੋਂ ਤੱਕ ਪੁੱਛਿਆ, ਮੈਂ ਕਿਹਾ 5 ਪੌੜੀਆਂ ਰੋਜ਼ ਕਰਦਾ? ਤੇ ਕਹਿੰਦਾ ਨਹੀਂ। ਹਾਕੋ ਸਤਨਾਮ। ਮੈਂ ਉਹ ਮਾਂ-ਬਾਪ ਨੂੰ ਆਖਿਆ ਨਾਲੇ ਸੀਸ ਦਿਵਾਉਣ ਲਿਆਇਓ ਤੇ ਇੱਥੋਂ ਤੱਕ ਨਹੀਂ ਅੱਜ ਤੱਕ ਤੁਹਾਡੇ ਕੋਲ ਹੋਇਆ ਕਿ ਆਪਣੇ ਬੱਚੇ ਨੂੰ ਇੱਕ 14 ਸਾਲ ਦਾ ਹੋ ਗਿਆ 5 ਪੌੜੀਆਂ ਵੀ ਨਹੀਂ ਸਿਖਾਈਆਂ, ਪਹਿਲੀ ਕਲਾਸ 'ਚ ਨਹੀਂ ਦਾਖਲ। ਜਿਹੜੇ ਮਹਾਂਪੁਰਸ਼ਾਂ ਦੀ ਸਾਨੂੰ ਸੰਗਤ ਪ੍ਰਾਪਤ, ਉਹ ਤੇ ਇੱਥੋਂ ਤੱਕ ਕਹਿੰਦੇ ਸੀ ਕਿ ਮਾਵਾਂ ਨੂੰ, ਤੁਹਾਨੂੰ ਪਿਤਾ ਨੂੰ ਇੰਨਾ ਪਿਆਰ ਹੋਵੇ ਆਪਣੇ ਕਲਗੀਆਂ ਵਾਲੇ ਨਾਲ ਕਿ ਆਪਣੇ ਬੱਚੇ ਦੀ ਇੱਕ ਡਾਇਰੀ ਪਰਮਾਰਥ ਦੀ ਲਾਇਆ ਗਿਆ। ਆਪਣੇ ਬੱਚੇ ਦੀ ਇੱਕ ਡਾਇਰੀ ਪਰਮਾਰਥ ਦੀ ਲਾਓ, ਇਹਨੂੰ ਕਿਹੜੀ ਕਿਹੜੀ ਬਾਣੀ ਕੰਠ, ਕਿੱਥੋਂ ਤੱਕ ਇਹਦੇ 'ਚ ਕਿਹੜਾ ਕਿਹੜਾ ਕਿਰਪਾ ਹੋ ਗਈ ਹੈ, ਕਿਹੜੀ ਕਿਹੜੀ ਬਖਸ਼ਿਸ਼ ਹੋ ਗਈ, ਕਿਹੜੇ ਕਿਹੜੇ ਸ਼ਬਦ ਯਾਦ ਹੋ ਗਏ। ਉਹਦੇ ਨਾਲ ਬੱਚੇ ਦਾ ਉਤਸ਼ਾਹ ਵੱਧਦਾ ਹੈ ਕਿ ਮੇਰੇ ਮਾਤਾ ਨੇ ਮੇਰੀ ਇੱਕ ਡਾਇਰੀ ਪਰਮਾਰਥ ਦੀ ਲਾਈ ਹੈ। ਤੇ ਫਿਰ ਜਿਉਂ-ਜਿਉਂ ਪਰਮਾਰਥ ਦੀ ਡਾਇਰੀ ਤੇ ਬੱਚਾ ਅਗਲੀਆਂ ਕਲਾਸਾਂ ਜਾਈ ਜਾਵੇ, ਉਹਨੂੰ ਭਾਵੇਂ ਕੋਈ ਦੁਨਿਆਵੀ ਪਿਆਰ ਵਧਾਈ ਜਾਓ ਪਰ ਉਹ ਜੁੜ ਜਾਵੇ। ਅੱਜ ਭਗਤ ਫਰੀਦ ਜੀ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ, ਇਹਦੇ ਸਦਕਾ ਹੀ ਉਹਦੀ ਮਾਂ ਨੇ, ਫਰੀਦ ਜੀ ਦੀ ਮਾਂ ਨੇ ਆਪਣੇ ਹਿਰਦੇ ਵਿੱਚ ਆਪਣੇ ਬੱਚੇ ਲਈ ਡਾਇਰੀ ਲਾਈ ਹੋਈ ਸੀ। ਤੇ ਭਾਵੇਂ ਸ਼ੱਕਰ ਦੇ ਲਾਲਚ ਵਿੱਚ ਹੀ ਉਹਨੂੰ ਇਹ ਉਦਮ ਦੇ ਦਿੱਤਾ ਸੀ, ਨਮਾਜ਼ ਪੜ੍ਹ। ਹੁਣ ਨਮਾਜ਼ ਦਾ ਰਸ ਨਹੀਂ ਪਤਾ, ਅਰਥ ਨਹੀਂ ਪਤਾ, ਪੜ੍ਹ ਸ਼ੱਕਰ ਮਿਲੇਗੀ। ਇਹ ਪਹਿਲੀ ਕਲਾਸ ਹੈ। ਬਸ ਗੁਰਬਾਣੀ ਪੜ੍ਹਨ ਲਈ ਤੁਸੀਂ ਉਦਮ ਕਰਨਾ ਤੇ ਦੇਣਾ। ਔਰ ਮਹਾਰਾਜ ਨੇ ਇਹਨੂੰ ਇੰਨਾ ਸਤਿਕਾਰ ਕੀਤਾ। ਆ ਇੱਕ ਵਾਰੀ ਵੀਰ ਪੜ੍ਹੋ, ਇੱਕ ਵਾਰੀ ਭੈਣਾ। ਮਨ ਅਜੇ ਨਹੀਂ ਜੁੜਿਆ ਕੋਈ ਗੱਲ ਨਹੀਂ, ਪਰ ਪਹਿਲੀ ਕਲਾਸ ਵਿੱਚ ਦਾਖਲ ਤੇ ਹੋ, ਗੁਰਬਾਣੀ ਪੜ੍ਹਨ ਲਈ ਉਦਮ ਕਰ। ਉਦਮ ਕਰਿੰਦੇ ਆ ਜੀਓ। ਹੁਣ ਕਈਆਂ ਦੇ ਦਿਮਾਗ 'ਚ ਮੈਨੂੰ ਬੜੇ ਬਾਬੇ ਨੇ ਵਾਜਾ ਫੜਾਤਾ ਤੇ ਕਈ ਮੈਨੂੰ ਦਾਸ ਨੂੰ ਫਿਰ ਸਵਾਲ ਕਰ ਦਿੰਦੇ ਆ, ਕਹਿੰਦੇ ਜੀ ਉਦਮ ਕਰਕੇ ਕੀ ਹੋ ਜਾਣਾ? ਸਾਡੇ ਕਰਮਾਂ 'ਚ ਨਹੀਂ ਲਿਖਿਆ ਬਾਣੀ ਪੜ੍ਹਨੀ, ਤੇ ਸਾਡਾ ਕੀ ਕਸੂਰ? ਤੇਰਾ ਭਲਾ ਹੋ ਜਾਏ। ਇਹੋ ਜਿਹਾ ਨੂੰ ਕੀ ਜਵਾਬ ਦੇਵੇ? ਸਾਡੇ ਕਰਮਾਂ 'ਚ ਨਹੀਂ ਲਿਖਿਆ ਨਾਮ ਜਪਣਾ, ਜੀ ਉਦਮ ਨਾਲ ਕੀ ਹੋ ਜਾਏ? ਸਾਡੇ ਕਰਮਾਂ 'ਚ ਨਹੀਂ ਲਿਖਿਆ ਅੰਮ੍ਰਿਤ ਵੇਲੇ ਉੱਠ। ਤੇ ਮੈਨੂੰ ਅੱਜ ਤੋਂ 7 ਸਾਲ ਪਹਿਲੇ ਇੱਕ ਮਹਾਂਪੁਰਸ਼ਾਂ ਨੇ ਬਚਨ ਸੁਣਾਇਆ ਸੀ, ਤੁਸੀਂ ਸੁਣਿਓ। ਇੱਕ 17-18 ਸਾਲ ਦਾ ਬੱਚਾ ਸੀ ਤੇ ਉਹਦੀ ਅੱਖਾਂ 'ਚ ਆ ਗਿਆ ਮੋਤੀਆ, ਦਿਸਣਾ ਬੰਦ ਹੋ ਗਿਆ। ਉਹਨੇ ਕਰਾਇਆ ਆਪਰੇਸ਼ਨ। ਤੇ ਆਪਰੇਸ਼ਨ ਵੇਲੇ ਫਿਰ ਜਦੋਂ 5-7 ਦਿਨ ਪੱਟੀ ਵੱਜੀ ਰਹਿੰਦੀ ਏ, ਡਾਕਟਰ ਨੇ ਰੋਜ਼ ਆਣਾ। ਉਹ 17-18 ਸਾਲ ਦੇ ਬੱਚੇ ਨੇ ਪੁੱਛਣਾ, ਡਾਕਟਰ ਸਾਹਿਬ ਕਦੋਂ ਪੱਟੀ ਖੁੱਲਣੀ ਹੈ? ਬੇਟਾ ਐਤਵਾਰ ਖੁੱਲੇਗੀ, 7 ਦਿਨ ਬਾਅਦ ਖੁੱਲੇ। ਜਦੋਂ ਡਾਕਟਰ ਸਾਹਿਬ ਨੇ ਆਣਾ, ਉਹਨੇ ਕਹਿਣਾ ਡਾਕਟਰ ਸਾਹਿਬ ਕਦੋਂ ਪੱਟੀ ਖੁੱਲਣੀ ਹੈ? ਐਤਵਾਰ ਖੁੱਲੇਗੀ। ਉਹਨੇ ਇੱਕੋ ਗੱਲ ਕਹਿਣੀ, ਡਾਕਟਰ ਸਾਹਿਬ ਮੈਂ ਵੇਖ ਸਕਾਂਗਾ? ਹਾਂ ਹਾਂ ਅਰਦਾਸ ਕਰੋ ਤੂੰ ਵੇਖ ਸਕੇ। ਡਾਕਟਰ ਸਾਹਿਬ ਮੈਂ ਵੇਖ ਸਕਾਂਗਾ? ਹਾਂ ਵੀ ਵੇਖ ਸਕੇ। ਆਪਰੇਸ਼ਨ ਹੋਇਆ, ਗੁਰੂ ਮਿਹਰ ਕਰੇਗਾ। ਡਾਕਟਰ ਸਾਹਿਬ ਮੈਂ ਪੜ੍ਹ ਵੀ ਸਕਾਂਗਾ? ਕਹਿੰਦੇ ਹਾਂ। ਵੇਖੇਗਾ ਤੇ ਪੜ੍ਹੇਗਾ ਵੀ। ਕਹਿੰਦੇ 7ਵਾਂ ਦਿਨ ਆ ਗਿਆ,
ਇਹ ਮਹਾਂਪੁਰਸ਼ਾਂ ਨੇ ਮੈਨੂੰ ਬਚਨ ਸੁਣਾਇਆ ਸੀ, ਬੜੀ ਸਿੱਖਿਆਲ ਹੈ। ਕਹਿੰਦੇ ਜਦੋਂ 7ਵਾਂ ਦਿਨ ਆ ਗਿਆ ਤੇ ਉਹ ਪੱਟੀ ਖੋਲੀ। ਜਦੋਂ ਪੱਟੀ ਖੋਲੀ ਤੇ ਡਾਕਟਰ ਕਹਿੰਦਾ ਬੇਟਾ ਸਾਹਮਣੇ ਮਾਤਾ ਖੜੀ ਸੀ, ਬੇਟਾ ਕੌਣ ਖੜਾ ਹੈ? ਉਹ ਬੱਚਾ ਕਹਿੰਦਾ ਮੈਨੂੰ ਧੁੰਦਲਾ ਧੁੰਦਲਾ ਨਜ਼ਰ ਆ ਰਿਹਾ, ਮਾਂ ਲੱਗਦੀ ਹੈ। ਬੇਟਾ ਉਹ ਪਰੇ ਕੌਣ ਖੜਾ ਹੈ? ਜੀ ਉਹ ਪਿਤਾ ਖੜਾ ਹੈ। ਮੈਂ ਕਿੱਥੇ ਖੜਾ? ਤੁਸੀਂ ਇੱਥੇ। ਹੁਣ ਮੈਨੂੰ ਥੋੜਾ ਥੋੜਾ ਪੱਟੀ ਖੋਲੀ ਸੀ, ਇੱਕਦਮ ਕਲੀਅਰ ਨਜ਼ਰ ਆਉਣ ਲੱਗ ਪਿਆ, ਉਹ ਮੇਰਾ ਭਰਾ ਖੜਾ ਹੈ। ਬੜੀ ਖੁਸ਼ੀ ਹੋਈ ਸਭ ਨੂੰ, ਨਜ਼ਰ ਆਉਣ ਲੱਗ ਪਿਆ। ਉਹ ਬੱਚਾ ਕਹਿੰਦਾ ਡਾਕਟਰ ਸਾਹਿਬ ਮੈਂ ਪੁੱਛਿਆ ਸੀ ਮੈਂ ਵੇਖ ਸਕਾਂਗਾ? ਹਾਂ ਵੇਖ ਲੈ, ਤੂੰ ਵੇਖ ਰਿਹਾ, ਮੈਂ ਪੜ੍ਹ ਵੀ ਸਕਾਂ? ਹਾਂ ਬਈ। ਕਹਿੰਦੇ ਉਹ ਕਿਤਾਬ ਲਿਆਂਦੀ? ਕਿਤਾਬ ਲਿਆਂਦੀ? ਹਾਂ ਬੇਟਾ ਆ ਪੜ੍ਹੋ ਕੀ ਲਿਖਿਆ। ਉਹ ਕਹਿੰਦਾ ਡਾਕਟਰ ਸਾਹਿਬ ਮੈਨੂੰ ਨਹੀਂ ਪਤਾ ਲੱਗ ਰਿਹਾ। ਬਈ ਮੋਟੇ ਅੱਖਰਾਂ ਦੀ ਲਿਆਓ, ਬਰੀਕ ਅੱਖਰ ਹੋਣੇ ਅਜੇ ਹੁਣੇ ਆਪਰੇਸ਼ਨ ਹੋਇਆ, ਮੋਟੇ ਅੱਖਰਾਂ ਦੀ ਆ ਗਈ। ਬੇਟਾ ਪੜ੍ਹੋ ਕੀ ਲਿਖਿਆ। ਡਾਕਟਰ ਸਾਹਿਬ ਮੈਨੂੰ ਨਹੀਂ ਪਤਾ ਲੱਗ ਰਿਹਾ। ਉਹ ਹੋਰ ਮੋਟੇ ਅੱਖਰਾਂ ਦੀ ਲਿਆਓ ਬਈ, ਹੋਰ ਮੋਟੇ ਅੱਖਰਾਂ ਦੀ ਕਿਤਾਬ ਆ ਗਈ। ਬੇਟਾ ਪੜ੍ਹੋ, ਐ ਨਜ਼ਰ ਆ ਰਿਹਾ ਮਾਂ ਹੈ, ਪਿਓ ਹੈ, ਪਿਤਾ ਹੈ, ਤੇ ਪੜ੍ਹੋ ਕੀ ਲਿਖਿਆ। ਡਾਕਟਰ ਸਾਹਿਬ ਨਹੀਂ ਪਤਾ ਲੱਗਦਾ। ਬੇਟਾ ਐਡੇ ਮੋਟੇ ਅੱਖਰਾਂ ਦੀ ਮਾਂ ਨਜ਼ਰ ਆ ਰਹੀ ਹੈ ਤੇ ਕਿਤਾਬ ਤੇ ਨਹੀਂ ਪੜ੍ਹਿਆ ਜਾਂਦਾ। ਕਹਿੰਦਾ ਮੈਂ ਪੜ੍ਹਾਂ ਕਿਵੇਂ? ਪੜ੍ਹਿਆ ਹੀ ਨਹੀਂ ਹੋਇਆ ਮੈਂ, ਪੜ੍ਹਾਂ ਕਿਵੇਂ? ਭਾਵੇਂ ਮੋਟੇ ਅੱਖਰਾਂ ਦੀ ਕਿਤਾਬ, ਮੈਂ ਪੜ੍ਹਿਆ ਹੀ ਨਹੀਂ। ਸੁਣਿਓ, ਕਹਿੰਦੇ ਉਸ ਵੇਲੇ ਡਾਕਟਰ ਨੇ ਹੱਥ ਖੜੇ ਕੀਤੇ, ਕਹਿੰਦੇ ਨਿਰੰਕਾਰ ਅੱਖਾਂ ਵਿੱਚ ਜੋਤ ਦੇ ਸਕਦਾ। ਸੁਣਿਓ ਤੁਹਾਡੇ ਕੰਮ ਆਉਣ ਵਾਲਾ ਵਜੇ, ਜਿਹੜੀ ਮਗਰੋਂ ਲਾਈਟ ਆਣੀ ਉਹਦੀ ਕਿਰਪਾ। ਕਹਿੰਦੇ ਨਿਰੰਕਾਰ ਅੱਖਾਂ ਵਿੱਚ ਜੋਤ ਦੇ ਸਕਦਾ, ਪਰ ਪੜਨਾ ਤੇਰਾ ਉਦਮ ਹੈ। ਆਖੋ ਸਤਿਨਾਮ। ਜੇ ਤੂੰ ਨਹੀਂ ਪੜਿਆ, ਇੰਗਲਿਸ਼ ਨਹੀਂ ਪੜ ਸਕੇਗਾ। ਡਾਕਟਰ ਕਹਿਣ ਲੱਗਾ ਜੋਤ ਦੇਣੀ ਨਿਰੰਕਾਰ ਦਾ ਕੰਮ ਹੈ, ਪਰ ਬੱਚਿਆ ਪੜਨਾ ਤੇਰਾ ਉਦਮ ਹੈ। ਉਦਮ ਇੰਨਾ ਜ਼ਰੂਰੀ ਜੇ। ਆਪਾਂ ਸਭ ਕੋਈ ਕਹਿ ਦਈਏ ਸਾਡਾ ਕੀ ਕਸੂਰ ਹੈ ਜੀ, ਸਾਡੇ ਕੋਲ ਉੱਠਿਆ ਨਹੀਂ ਜਾਂਦਾ ਅੰਮ੍ਰਿਤ ਵੇਲੇ। ਉਦਮ ਤੁਹਾਡੀ ਡਿਊਟੀ ਹੈ, ਕਿਰਪਾ ਕਰਨੀ ਉਹਦੀ ਡਿਊਟੀ ਹੈ। ਅੱਖਾਂ ਵਿੱਚ ਜੋਤ ਦੇਣੀ ਉਹਦੀ ਡਿਊਟੀ ਹੈ, ਪੜਨਾ ਤੁਹਾਡਾ ਉਦਮ ਹੈ। ਆਖੋ ਸਤਿਨਾਮ। ਤਾਂ ਪੜ ਸਕੋ ਇੰਗਲਿਸ਼ ਕੀ ਹੈ, ਤਾਂ ਪੜ ਸਕੋਗੇ ਸੰਸਕ੍ਰਿਤ ਕੀ ਹੈ, ਤਾਂ ਪੜ ਸਕੋਗੇ ਉਰਦੂ ਕੀ ਹੈ। ਇਸ ਕਰਕੇ ਪਹਿਲੀ ਕਲਾਸ ਡਟ ਕੇ ਚੜਨੀ ਹੈ, ਗੁਰਬਾਣੀ ਪੜਨ ਲਈ ਉਦਮ ਕਰਨਾ। ਆਖੋ ਸਤਿਨਾਮ। ਉਦਮ ਕਰਨਾ ਤੁਹਾਡਾ। 3-4 ਮਿੰਟ ਕੋਈ ਨਾ ਉੱਠੇ, ਇੱਕ ਬੇਨਤੀ ਹੈ। ਇਹ ਪਹਿਲੀ ਕਲਾਸ ਦਾ ਇੱਕ ਛੋਟਾ ਜਿਹਾ ਜ਼ਿਕਰ ਉਹ ਰੱਖ ਕੇ ਫਿਰ ਅਗਲੇ ਮਹਾਰਾਜ ਦੂਜੀ ਕਲਾਸ ਦੀ ਸੇਵਾ ਲੈਣ। ਤੇ ਆ ਪਹਿਲੀ ਕਲਾਸ ਹੈ ਗੁਰਬਾਣੀ ਪੜਨ ਲਈ ਉਦਮ ਕਰਨਾ। ਬਸ ਉਦਮ ਕਰ ਲਓ, ਫੜ ਲਓ ਗੁਟਕਾ ਸਾਹਿਬ ਪੜੋ। ਅਜੇ ਪਹਿਲੀ ਕਲਾਸ ਹੈ, ਕੋਈ ਗੱਲ ਨਹੀਂ। ਇਹਨੂੰ ਮਹਾਰਾਜ ਨੇ ਕਿੰਨੀ ਵਡਿਆਈ ਦਿੱਤੀ ਹੈ। ਉਦਮ ਕਰੰਦਿਆਂ ਜੀਓ ਤੂੰ, ਉਦਮ ਕਰੰਦਿਆਂ ਜੀਓ ਤੂੰ, ਭੈਣੋ ਗਾਇ ਕੇ ਉਦਮ ਉਦਮ ਕਰੰਦਿਆਂ ਜੀਓ ਤੂੰ, ਉਦਮ ਕਰੰਦਿਆਂ ਜੀਓ ਤੂੰ, ਉਦਮ ਕਰੰਦਿਆਂ ਜੀਓ ਤੂੰ, ਕਮਾਵਦਿਆਂ ਸੋਹ ਪੁੰਜ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੁਹਾਡੇ ਪਿਤਾ ਜੀ ਤੁਹਾਨੂੰ ਮਾੜੀ ਜੀ ਸ਼ਾਬਾਸ਼ ਦੇਣ ਕਿੰਨੀ ਖੁਸ਼ੀ ਹੁੰਦੀ। ਕੋਈ ਤੁਹਾਡੇ ਘਰ ਮਹਾਂਪੁਰਸ਼ ਆਵੇ, ਕੋਈ ਵੱਡਾ ਬੰਦਾ ਆਵੇ, ਤੁਹਾਨੂੰ ਸ਼ਾਬਾਸ਼ ਦੇ ਦੇਵੇ ਤੇ ਕਿੰਨੀ ਖੁਸ਼ੀ ਹੈ। ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਸ਼ਾਬਾਸ਼ ਦਿੰਦੇ, ਜੀਓ ਤੋਂ ਹੁੰਦੀ ਸ਼ਾਬਾਸ਼। ਕਹਿੰਦੇ ਜਿਹੜਾ ਉਦਮ ਕਰਦਾ ਉਹਨੂੰ ਵੀ ਮੇਰੀ ਸ਼ਾਬਾਸ਼ ਹੈ। ਉਦਮ ਕਰੰਦਿਆਂ ਜੀਓ ਤੂੰ, ਉਦਮ ਕਰੰਦਿਆਂ ਜੀਓ ਤੂੰ। ਭੈਣੋ ਗਾਇ ਕੇ
सगल उद्यम में उद्यम भला, हर का नाम जपो जी सदा, उद्यम करें दिया जियो, करें दिया जियो। कज के भैनों उद्यम करें दिया जियो तू, उद्यम करें दिया जियो तू। सारे गज के आखो सतनाम। एक तुसी नाम सुनिया बाबा हरनाम सिंह जी रामपुर खेड़े वाले, इन्हां दियां किताबां 'च एक जिक्र है, ऐ सरहाली अमृतसर दी एक बीबी गुरदीप कौर दा नाम लिखिआ। ਉਹ 8 ਦਿਨਾਂ ਦਾ ਨਾਮ ਕਮਾਈ ਅਭਿਆਸ ਸਮਾਗਮ ਸੀ ਰਾਮਪੁਰ ਖੇੜੇ। ਉਹਨੂੰ 6ਵੇਂ ਦਿਨ ਸਮਾਂ ਮਿਲਿਆ ਮਹਾਂਪੁਰਸ਼ਾਂ ਨਾਲ ਗੱਲ ਕਰਨ ਦਾ। ਉਹਨੇ ਗੱਲ ਕੀ ਕੀਤੀ ਬੀਬੀ ਗੁਰਦੀਪ ਕੌਰ ਨੇ? ਕਹਿੰਦੀ ਮਹਾਂਪੁਰਸ਼ੋ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਵੇਲੇ ਪਤਾ ਨਹੀਂ ਮੈਨੂੰ ਇੱਕ ਪਿਆਰ ਆ ਗਿਆ, ਮੌਜ ਆ ਗਈ ਤੇ ਮੈਂ ਸੁੱਖ ਲਿਆ ਕਿ ਮੈਂ 101 ਅਖੰਡ ਪਾਠ ਸਾਹਿਬ ਕਰਾਵਾਂਗੀ। ਉਹ ਬੀਬੀ ਨੇ ਸੁੱਖ ਲਿਆ, ਗੁਰਦੀਪ ਕੌਰ ਸਰਾਲੀ ਦੀ। ਤੇ ਕਹਿੰਦੀ ਵੀ ਮੈਂ ਸੰਗਤ ਕਰਦੀ ਸਾਂ ਸੰਤ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੀ, ਤੇ ਉਹਨਾਂ ਨੂੰ ਇੱਕ ਅੱਧੀ ਵਾਰੀ ਮੈਂ ਬੇਨਤੀ ਕੀਤੀ ਕਿ ਵੀ ਮੈਂ 101 ਅਖੰਡ ਪਾਠ ਸਾਹਿਬ ਕਰਾਉਣੇ ਨੇ, ਪਰ ਕਹਿਣ ਲੱਗੀ ਸਮਾਂ ਇਹੋ ਜਿਹਾ ਬਣ ਗਿਆ ਕਿ ਉਹ ਮਹਾਂਪੁਰਸ਼ ਚੋਲਾ ਬਦਲ ਗਏ, ਅਭੇਦ ਹੋ ਗਏ। ਕਹਿੰਦੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼, ਕਹਿੰਦੀ 2-2.5 ਮਹੀਨੇ ਬਾਅਦ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਮੈਂ 101 ਅਖੰਡ ਪਾਠ ਇੰਜ ਸੁੱਖ ਲਏ ਨੇ ਤੇ ਤੁਸੀਂ ਸਾਰਾ ਕਰਵਾ ਦਿਓ। ਤੇ ਉਹ ਕਹਿਣ ਲੱਗੀ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ਾਂ ਨੇ ਮੈਨੂੰ ਇਹ ਆਖਿਆ ਵੀ ਸਾਡੇ ਰੁਝੇਵੇਂ ਬਹੁਤ, ਸਾਡੇ ਰੁਝੇਵੇਂ ਬਹੁਤ ਨੇ, ਤੇ ਜੇ 101 ਅਖੰਡ ਪਾਠ ਸਾਹਿਬ ਕਰਾਉਂਦੇ ਆ ਤੇ 1 ਮਹੀਨਾ ਇੱਕੋ ਜਗ੍ਹਾ ਰੁਕਣਾ ਪਏ, ਤੇ ਡਿਊਟੀਆਂ ਬਹੁਤ ਨੇ, ਬਹੁਤ ਡਿਊਟੀਆਂ ਸੀ ਉਹਨਾਂ ਦੀਆਂ, ਬਹੁਤ ਉਹਨਾਂ ਨੇ ਸੰਥਿਆ। ਇਹ ਜਿੰਨੇ ਸਿੰਘ ਸਾਹਿਬ ਸਭ ਉੱਥੋਂ ਵਿਦਿਆ ਲਈ ਹੋਈ, ਕਿਰਪਾ ਹੋਈ। ਔਰ ਸਭ ਤੋਂ ਪਿੱਛੇ ਕਮਾਈਆਂ ਫਿਰ ਬਾਬਾ ਦੀਪ ਸਿੰਘ ਦੀਆਂ ਬੋਲਦੀਆਂ। ਇਹ ਟਕਸਾਲ ਸਾਰੀ ਪਿੰਡਰਾਂ ਵਾਲੀ ਦਮਦਮੀ ਟਕਸਾਲ, ਪਿੰਡਰਾਂ ਪਿੰਡ ਦਾ ਨਾਂ ਸੀ, ਉੱਥੋਂ ਪਿੰਡਰਾਂ ਦਾ ਸ਼ੁਰੂ ਹੋ ਗਿਆ। ਇਹ ਪਿੱਛੋਂ ਮੁਖੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਦੇ ਹੱਥ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ। ਉਹਨਾਂ ਆਖਿਆ ਰੁਝੇਵੇਂ ਬੜੇ ਆ, 1 ਮਹੀਨਾ ਇੱਕ ਜਗ੍ਹਾ ਰੁਕਣਾ ਸਾਡਾ ਥੋੜਾ ਔਖਾ ਹੈ। ਉਹ ਬੀਬੀ ਗੁਰਦੀਪ ਕੌਰ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਰਾਮਪੁਰ ਖੇੜੇ 8 ਦਿਨ ਦਾ ਪ੍ਰੋਗਰਾਮ ਅਟੈਂਡ ਕਰਨ ਆਈ, ਨਾਮ ਅਭਿਆਸ ਕਮਾਈ ਸਮਾਗਮ 8 ਦਿਨ ਦਾ ਹੁੰਦਾ। 6ਵੇਂ ਦਿਨ ਉਹਨੂੰ ਸਮਾਂ ਮਿਲਿਆ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਗੱਲ ਕਰਨ। ਕਹਿਣ ਲੱਗੀ ਮਹਾਂਪੁਰਸ਼ੋ ਤੁਸੀਂ ਕਰਾ ਦਿਓ, ਹੱਕ ਸਤਨਾਮ, ਤੁਸੀਂ ਪ੍ਰਬੰਧ ਕਰਾ ਦਿਓ। ਓਹੋ ਹੁਣ ਸੁਣਿਓ, ਬਾਬਾ ਹਰਨਾਮ ਸਿੰਘ ਜੀ 2 ਮਿੰਟ ਸੋਚ ਕੇ ਕਹਿੰਦੇ ਬੀਬੀ ਸਰਾਲੀ ਤੋਂ ਆਈ ਹੈ ਜੀ, ਗੁਰਦੀਪ ਕੌਰ ਨਾ ਹੈ। ਕਹਿੰਦੀ ਇਹ ਮਹਾਂਪੁਰਸ਼ ਕਹਿਣ ਲੱਗੇ ਇਸ ਤਰ੍ਹਾਂ 101 ਅਖੰਡ ਪਾਠ ਕਰਾਓ, ਚਲੋ ਚੰਗੀ ਗੱਲ ਹੈ, ਪਰ ਬੀਬੀ ਅਗਰ ਹੋ ਸਕੇ ਤੇ ਕਿਸੇ ਕੋਲੋਂ ਕਰਾਉਣ ਨਾਲੋਂ ਚੰਗਾ ਜੇ ਕਿਤੇ ਤੂੰ ਆਪ ਕਰੇ। ਸੁਣੇ ਅਖੰਡ ਪਾਠ ਸਾਹਿਬ ਸੁਖੇ ਕੋਈ ਗੱਲ ਨਹੀਂ, ਸਹਿਜ ਪਾਠ ਕਰ ਲੈ, ਉਹਨਾਂ ਹੀ ਮਾਤਾ, ਪਰ ਕਿਸੇ ਕੋਲੋਂ ਕਰਾਉਣ ਨਾਲੋਂ ਜੇ ਤੂੰ ਆਪ ਕਰੇ ਨਾ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਦਾਤਾਂ ਗੁਰੂ ਗੋਬਿੰਦ ਸਿੰਘ ਤੇਰੀ ਝੋਲੀ 'ਚ ਪਾ ਦੇ।
ਇਹ ਉਹਨਾਂ ਦੀ ਕਿਤਾਬ 'ਚ ਜ਼ਿਕਰ ਲਿਖਿਆ ਸੇਖ ਨੇ ਉਹ ਬੀਬੀ ਦੇ ਅਸਰ ਹੋ ਗਿਆ। ਔਰ ਜ਼ਿਕਰ ਲਿਖਿਆ ਉਸ ਬੀਬੀ ਨੇ ਪਹਿਲਾ ਸਹਿਜ ਪਾਠ ਆਪ ਕੀਤਾ, ਫਿਰ ਦੂਜਾ, ਤੀਜਾ, ਚੌਥਾ, ਪੰਜਵਾਂ, 11ਵਾਂ, 20ਵਾਂ, 25ਵਾਂ, 30ਵਾਂ, 35ਵਾਂ, ਤੁਰੀ ਮੈਂ ਗਿਣਤੀ ਪੂਰੀ ਵੀ। ਕਹਿੰਦੇ ਉਸ ਬੀਬੀ ਨੇ ਸਾਧ ਸੰਗਤ 50 ਸਹਿਜ ਪਾਠ ਆਪ ਕੀਤੇ ਜੀ, 50 ਤੱਕ ਪਹੁੰਚੀ। ਸੁਣ ਲਿਓ ਜਰਾ, ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉਦਮ ਕਰਨਾ। ਇਹ ਕਿਤਾਬ 'ਚ ਕੀ ਲਿਖਿਆ? ਕਹਿੰਦੇ ਉਸ ਬੀਬੀ ਨੇ ਇੰਨਾ ਹੀ ਮਹਾਂਪੁਰਸ਼ਾਂ ਦਾ ਬਚਨ ਮੰਨ ਕੇ ਕਰਾਉਣ ਨਾਲੋਂ ਆਪ ਕਿਤੇ ਹੋ ਜਾਵੇ ਤੇ ਹੋਰ ਵਧੀਆ ਉਦਮ ਆ ਗਿਆ। ਉਦਮ ਤੇ ਉਹਨਾਂ ਫਿਰ ਕਿਤਾਬ 'ਚ ਲਿਖਿਆ ਮਹਾਂਪੁਰਸ਼ਾਂ ਨੇ ਜਦੋਂ 50 ਸਹਿਜ ਪਾਠ ਤੱਕ ਕਰ ਲਏ ਆਪ, ਤੇ 50 ਸਹਿਜ ਪਾਠ ਕਰਦਿਆਂ ਇੰਨੀ ਕਿਰਪਾ ਹੋ ਗਈ ਕਿ ਆਤਮਕ ਰਸ ਜਿਹੜਾ ਉਹ ਸਾਧ ਸੰਗਤ ਮਿਲਣਾ ਸ਼ੁਰੂ ਹੋ ਗਿਆ, ਰਸ ਤੱਕ ਪਹੁੰਚ ਗਈ ਆਪੋ ਸਤਿਨਾਮ। ਉਹ 50 ਸਹਿਜ ਪਾਠ ਆਪ ਕਰਦਿਆਂ ਇੰਨੀ ਕਿਰਪਾ ਹੋ ਗਈ, ਜਿਹੜੀਆਂ ਅਗਲੀਆਂ ਕਲਾਸਾਂ ਨੇ ਨਾ ਅਗਾਂ ਤੁਸੀਂ ਸਰਵਣ ਕਰਨੀ ਹੈ, ਕਹਿੰਦੇ ਉਹ ਅਗਲੇ ਰੰਗ, ਅਗਲੀਆਂ ਕਲਾਸਾਂ, ਅਗਲੇ ਰਸ ਉਸ ਬੀਬੀ ਦੇ ਜੀਵਨ ਵਿੱਚ ਆਉਣੇ ਸ਼ੁਰੂ ਹੋ ਗਏ। ਕਿਉਂ? ਪਹਿਲੀ ਕਲਾਸ ਚੜ ਗਈ ਤੇ ਉਸ ਤੋਂ ਬਾਅਦ ਅਗਲੀਆਂ ਆਪਣੇ ਆਪ ਸ਼ੁਰੂ ਹੋ ਗਈਆਂ। ਔਰ ਤੀਜਾ ਬਚਨ ਲਿਖਿਆ ਬਾਬਾ ਰਾਮ ਸਿੰਘ ਜੀ ਨੇ ਆਪ ਆਪਣੀ ਕਲਮ ਨਾਲ, ਕਹਿੰਦੇ ਉਹ 50 ਸਹਿਜ ਪਾਠ ਕਰਨ ਨਾਲ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉਦਮ ਕਰਨਾ, ਇਹਦੇ ਵਿੱਚ ਸ਼ੁਰੂ ਹੋਣ ਨਾਲ ਇਹ ਤੀਜਾ ਬਚਨ ਲਿਖਿਆ ਉੱਥੇ ਮਹਾਂਪੁਰਸ਼ਾਂ ਨੇ। ਕਹਿੰਦੇ ਉਸ ਬੀਬੀ ਤੇ ਇੰਨੀ ਕਿਰਪਾ ਹੋ ਗਈ ਕਿ ਉਸ ਬੀਬੀ ਦੇ ਕੋਲ ਵੀ ਕੋਈ ਬਹਿ ਜਾਏ ਤੇ ਉਹਦੇ ਅੰਦਰ ਵੀ ਚੰਗੀਆਂ ਚੀਜ਼ਾਂ ਦੀ ਸ਼ਕਤੀ ਆ ਜਾਂਦੀ ਸੀ। ਬੜੀ ਬੜਾ ਪਿਆਰੀ ਬਾਤ ਹੈ। ਵਾਈਬ੍ਰੇਸ਼ਨ ਉਸ ਬੀਬੀ ਦਾ ਇੰਨਾ ਰਸ ਵੱਧ ਗਿਆ ਕਿ ਉਹਦੇ ਕੋਲ ਵੀ ਕੋਈ ਬਹਿ ਜਾਂਦਾ ਸੀ ਨਾ ਤੇ ਉਹਦੇ ਅੰਦਰ ਵੀ ਚੰਗੇ ਕੰਮਾਂ ਦੀ ਸ਼ਕਤੀ ਆਉਣ ਲੱਗ ਪੈਂਦੀ ਸੀ ਕਿ ਵਾਈਬ੍ਰੇਸ਼ਨ ਐਸੀ ਨਾਮ ਵਾਲੀ ਬਣ ਗਈ। ਬਣੀ ਕਿੱਥੋਂ? ਆ ਗੁਰੂ ਨਾਨਕ ਦੀ ਘਰ ਦੀ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉਦਮ ਕਰਨਾ। ਸਿਰ ਤੇ ਹੱਥ ਰੱਖਿਓ, ਅਗਲੀ ਵਾਰੀ ਦੂਜੀ ਕਲਾਸ ਦੀ ਸੇਵਾ ਲੈਣੀ ਤੇ ਆਪ ਹੀ ਕਿਰਪਾ ਕਰਕੇ ਤੋਰੀ ਜਾਣਾ, ਫਿਰ ਤੀਜੀ, ਚੌਥੀ, ਪੰਜਵੀਂ, ਡਬਲ MA ਤੱਕ ਸਾਨੂੰ ਚਾਨਣਾ ਹੋਵੇ ਕਿਹੜੀ ਕਲਾਸ 'ਚ। ਇਹ ਸਾਰੀਆਂ ਸੰਗਤਾਂ ਜਿਹੜੀਆਂ ਇਸ ਕਲਾਸ 'ਚ ਹੈਗੇ ਹੋ, ਦੂਜਿਆਂ ਨੂੰ ਜੋੜੋ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਬੋਲੋ ਜੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਕਰ ਕਿਰਪਾ ਪ੍ਰਭ ਸਾਧ ਸੰਗ ਕਰ ਕਿਰਪਾ ਪ੍ਰਭ ਸਾਧ ਸੰਗ ਬੋਲੇ ਸੋ ਨਿਹਾਲ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ। ਸ਼੍ਰੀ ਅੰਮ੍ਰਿਤਸਰ ਸਾਹਿਬ
ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ ਲੋੜਵੰਦ ਬੱਚਿਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850।